ਸਵਾਗਤ ਹੈ ਅੱਜ ਦੀ ਇਸ ਖਾਸ ਚਰਚਾ ਵਿੱਚ। ਅੱਜ ਆਪਾਂ ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਕਹਿ ਲਓ ਸਭ ਤੋਂ ਵਿਵਾਦਪੂਰਨ ਹੀਰੇ ਕੋਹਿਨੂਰ ਦੇ ਇਤਿਹਾਸ ਦੀ ਪੜਚੋਲ ਕਰਨ ਜਾ ਰਹੇ ਹਾਂ। ਯਕੀਨ ਮੰਨੋ, ਇਹ ਕੋਈ ਆਮ ਚਮਕਦਾਰ ਪੱਥਰ ਦੀ ਕਹਾਣੀ ਨਹੀਂ ਹੈ। ਇਹ ਕਹਾਣੀ ਹੈ ਵੱਡੇ ਸਾਮਰਾਜਿਆਂ ਦੇ ਬਣਨ ਤੇ ਟਹਿਟਹਿਰੀ ਹੋਣ ਦੀ, ਬੇਮਿਸਾਲ ਤਾਕਤ ਦੀ ਅਤੇ ਇਨਸਾਨੀ ਲਾਲਚ ਦੀ, ਜਿਸ ਦੀਆਂ ਜੜ੍ਹਾਂ ਖੂਨ ਅਤੇ ਸੱਤਾ ਨਾਲ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਨੇ। ਤਾਂ ਚਲੋ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ। ਆਪਣੇ ਅੱਜ ਦੇ ਇਸ ਸਫ਼ਰ ਦੇ ਮੁੱਖ ਪੜਾਅ ਕੁਝ ਇਸ ਤਰ੍ਹਾਂ ਰਹਿਣਗੇ। ਪਹਿਲਾ, ਕੋਹਿਨੂਰ ਦਾ ਮੁੱਢ ਅਤੇ ਇਸ ਨਾਲ ਜੁੜੀਆਂ ਸ਼ੁਰੂਆਤੀ ਕਹਾਣੀਆਂ। ਦੂਜਾ, ਸਮਰਾਜਾਂ ਦੀਆਂ ਜਿੱਤਾਂ ਅਤੇ ਹਫੜਾ-ਦਫੜੀ ਦਾ ਦੌਰ। ਤੀਜਾ, ਅੰਗਰੇਜ਼ਾਂ ਦੇ ਹੱਥਾਂ ਵਿੱਚ ਇਸ ਦੀ ਸਪੁਰਦਗੀ। ਚੌਥਾ, ਰੋਸ਼ਨੀ ਦੇ ਪਹਾੜ ਯਾਨੀ ਕੋਹਿਨੂਰ ਨੂੰ ਮੁੜ ਤਰਾਸ਼ਣ ਦਾ ਕਿੱਸਾ। ਅਤੇ ਅਖੀਰ ਵਿੱਚ ਅੱਜ ਦੇ ਸਮੇਂ ਦਾ ਮਾਲਕੀ ਵਿਵਾਦ। ਪਹਿਲਾ ਭਾਗ, ਮੁੱਢ ਅਤੇ ਸ਼ੁਰੂਆਤੀ ਕਹਾਣੀਆਂ। ਇੱਕ ਮਸ਼ਹੂਰ ਪੱਥਰ ਦੀ ਪੌਰਾਣਿਕ ਅਤੇ ਧੁੰਦਲੀ ਸ਼ੁਰੂਆਤ। ਆਓ ਦੇਖਦੇ ਹਾਂ ਇਸ ਦੀ ਸ਼ੁਰੂਆਤ ਆਖਿਰ ਕਿੱਥੋਂ ਹੁੰਦੀ ਹੈ। ਹੁਣ ਜ਼ਰਾ ਇਸ ਗੱਲ ਤੇ ਗੌਰ ਕਰੋ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾ ਦੀ ਪਤਨੀ ਵਫਾ ਬੇਗਮ ਨੂੰ ਪੁੱਛਿਆ ਕਿ ਭਈ ਇਸ ਹੀਰੇ ਦੀ ਅਸਲ ਕੀਮਤ ਕੀ ਹੋਵੇਗੀ, ਤਾਂ ਉਸ ਦਾ ਜਵਾਬ ਸੁਣਨ ਵਾਲਾ ਸੀ। ਉਸਨੇ ਕਿਹਾ ਸੀ, ਜੇਕਰ ਇੱਕ ਤਾਕਤਵਰ ਆਦਮੀ ਚਾਰੇ ਦਿਸ਼ਾਵਾਂ ਅਤੇ ਉੱਪਰ ਵੱਲ ਇੱਕ ਪੱਥਰ ਸੁੱਟੇ ਤਾਂ ਉਸ ਖਾਲੀ ਥਾਂ ਵਿੱਚ ਭਰੇ ਸੋਨੇ ਅਤੇ ਕੀਮਤੀ ਪੱਥਰਾਂ ਨਾਲੋਂ ਵੀ ਕੋਹਿਨੂਰ ਦੀ ਕੀਮਤ ਵੱਧ ਹੋਵੇਗੀ। ਕਿਆ ਬਾਤ ਹੈ! ਇਹ ਸ਼ਬਦ ਹੀ ਦੱਸ ਦਿੰਦੇ ਨੇ ਕਿ ਸ਼ੁਰੂਆਤੀ ਦਿਨਾਂ ਵਿੱਚ ਇਸ ਦੀ ਅਹਿਮੀਅਤ ਕਿੰਨੀ ਜ਼ਿਆਦਾ ਸੀ। ਇਸ ਦੀ ਕੀਮਤ ਨੂੰ ਪੈਸਿਆਂ ਵਿੱਚ ਨਹੀਂ, ਸਗੋਂ ਕਲਪਨਾ ਵਿੱਚ ਮਾਪਿਆ ਜਾਂਦਾ ਸੀ। ਵੈਸੇ ਇਸ ਨਾਮ ਦਾ ਮਤਲਬ ਵੀ ਬਹੁਤ ਖਾਸ ਹੈ। ਫਾਰਸੀ ਅਤੇ ਹਿੰਦੀ ਵਿੱਚ ਕੋਹਿਨੂਰ ਦਾ ਸ਼ਾਬਦਿਕ ਅਰਥ ਹੈ ਰੋਸ਼ਨੀ ਦਾ ਪਹਾੜ। ਕਿਹਾ ਜਾਂਦਾ ਹੈ ਕਿ ਜਦੋਂ 1700 ਦੇ ਦਹਾਕੇ ਵਿੱਚ ਫਾਰਸੀ ਹਮਲਾਵਰ ਨਾਦਰ ਸ਼ਾਹ ਨੇ ਪਹਿਲੀ ਵਾਰ ਇਸ ਹੀਰੇ ਦੀ ਚਮਕ ਦੇਖੀ ਤਾਂ ਉਹ ਇੰਨਾ ਹੈਰਾਨ ਹੋਇਆ ਕਿ ਉਸ ਦੇ ਮੂੰਹੋਂ ਆਪ ਮੁਹਾਰੇ ਹੀ ਇਹ ਨਾਮ ਨਿਕਲ ਗਿਆ। ਅੱਛਾ, ਕਥਾਵਾਂ ਤਾਂ ਬਹੁਤ ਨੇ, ਪਰ ਜੇਕਰ ਪ੍ਰਮਾਣਿਤ ਇਤਿਹਾਸ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਅਜੋਕੇ ਆਂਧਰਾ ਪ੍ਰਦੇਸ਼ ਦੀਆਂ ਕੋਲੂਰ ਖਾਨਾਂ ਵਿੱਚੋਂ ਨਿਕਲਿਆ ਸੀ। ਪਰ ਦਿਲਚਸਪ ਗੱਲ ਇਹ ਹੈ ਕਿ ਇਸ ਦਾ ਪਹਿਲਾ ਪੱਕਾ ਇਤਿਹਾਸਿਕ ਜ਼ਿਕਰ 1740 ਦੇ ਦਹਾਕੇ ਵਿੱਚ ਹੀ ਮਿਲਦਾ ਹੈ। ਇਹ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਮਸ਼ਹੂਰ ਮੋਰ ਤਖਤ ਯਾਨੀ ਪੀਕੌਕ ਥਰੋਨ ਵਿੱਚ ਜੜਿਆ ਹੋਇਆ ਸੀ ਅਤੇ ਫਿਰ 1738 ਵਿੱਚ ਨਾਦਰ ਸ਼ਾਹ ਦਿੱਲੀ ਉੱਤੇ ਹਮਲਾ ਕਰਦਾ ਹੈ ਅਤੇ ਇਸ ਨੂੰ ਲੁੱਟ ਲੈਂਦਾ ਹੈ। ਬਸ ਇੱਥੋਂ ਹੀ ਇਸ ਹੀਰੇ ਦਾ ਅਸਲੀ ਅਤੇ ਖਤਰਨਾਕ ਸਫ਼ਰ ਸ਼ੁਰੂ ਹੁੰਦਾ ਹੈ। ਦੂਜਾ ਭਾਗ, ਸਾਮਰਾਜ, ਜਿੱਤਾਂ ਅਤੇ ਹਫੜਾ-ਦਫੜੀ। ਏਸ਼ੀਆ ਵਿੱਚ ਖੂਨ ਨਾਲ ਲਿਬੜੇ ਸਫ਼ਰ ਦੀ ਖੋਜ। ਇਹ ਦੌਰ ਬਹੁਤ ਤੇਜ਼ੀ ਨਾਲ ਬਦਲਦੀਆਂ ਘਟਨਾਵਾਂ ਵਾਲਾ ਸੀ। 1738 ਵਿੱਚ ਨਾਦਰ ਸ਼ਾਹ ਦੀ ਲੁੱਟ ਤੋਂ ਬਾਅਦ 1747 ਵਿੱਚ ਇਹ ਅਹਿਮਦ ਸ਼ਾਹ ਦੁਰਾਨੀ ਦੇ ਹੱਥਾਂ ਵਿੱਚ ਅਫਗਾਨਿਸਤਾਨ ਪਹੁੰਚ ਜਾਂਦਾ ਹੈ। ਫਿਰ 1813 ਦਾ ਸਮਾਂ ਆਉਂਦਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਸ਼ਾਹ ਸ਼ੁਜਾ ਤੋਂ ਵਾਪਸ ਲੈਂਦੇ ਨੇ, ਜਿਸ ਬਾਰੇ ਕਈ ਲੋਕ ਕਹਿੰਦੇ ਨੇ ਕਿ ਇਹ ਜ਼ਬਰਦਸਤੀ ਹਾਸਲ ਕੀਤਾ ਗਿਆ ਸੀ। ਇਸ ਤੋਂ ਬਾਅਦ ਲਾਹੌਰ ਦਰਬਾਰ ਦੀਆਂ ਸਾਜ਼ਿਸ਼ਾਂ ਅਤੇ ਤਖਤਾਪਲਟ ਦੌਰਾਨ 1839 ਵਿੱਚ ਇਹ ਗੁਲਾਬ ਸਿੰਘ ਕੋਲੋਂ ਹੁੰਦਾ ਹੋਇਆ ਅਖੀਰ 1849 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਵਿੱਚ ਚਲਾ ਜਾਂਦਾ ਹੈ। ਸੱਚਮੁੱਚ ਇਹ ਪੂਰਾ ਸਫ਼ਰ ਲਗਾਤਾਰ ਖੂਨ ਖਰਾਬੇ ਅਤੇ ਜੰਗਾਂ ਦਾ ਗਵਾਹ ਰਿਹਾ। ਇਸ ਹੀਰੇ ਨੇ ਆਪਣੇ ਮਾਲਕਾਂ ਦੇ ਮਨਾਂ ਵਿੱਚ ਕਿੰਨਾ ਡਰ ਪੈਦਾ ਕੀਤਾ ਹੋਇਆ ਸੀ, ਇਸ ਦਾ ਅੰਦਾਜ਼ਾ ਇੱਕ ਬਹੁਤ ਹੀ ਖਾਸ ਕਿੱਸੇ ਤੋਂ ਲੱਗਦਾ ਹੈ। ਸਫ਼ਰ ਦੌਰਾਨ ਮਹਾਰਾਜਾ ਰਣਜੀਤ ਸਿੰਘ ਕੋਹਿਨੂਰ ਨੂੰ ਇੱਕ ਊਠ ਉੱਤੇ ਰੱਖਦੇ ਸਨ, ਪਰ ਕਮਾਲ ਦੀ ਗੱਲ ਇਹ ਹੈ ਕਿ ਉਸ ਦੇ ਨਾਲ 39 ਹੋਰ ਬਿਲਕੁਲ ਇੱਕੋ ਜਿਹੇ ਊਠ ਚੱਲਦੇ ਸਨ। ਇਹ ਇਸ ਲਈ ਕੀਤਾ ਜਾਂਦਾ ਸੀ ਤਾਂ ਜੋ ਕਿਸੇ ਨੂੰ ਵੀ ਕੰਨੋ-ਕੰਨ ਖਬਰ ਨਾ ਲੱਗੇ ਕਿ ਅਸਲੀ ਹੀਰਾ ਕਿਹੜੇ ਊਠ ਤੇ ਹੈ। ਇੰਨੀ ਸਖਤ ਸੁਰੱਖਿਆ ਇਹ ਦੱਸਣ ਲਈ ਕਾਫੀ ਹੈ ਕਿ ਇਸ ਹੀਰੇ ਨੂੰ ਲੈ ਕੇ ਕਿੰਨਾ ਜਨੂਨ ਸੀ। ਤੀਜਾ ਭਾਗ, ਅੰਗਰੇਜ਼ਾਂ ਨੂੰ ਸਪੁਰਦਗੀ। 1849 ਵਿੱਚ ਸੱਤਾ ਦਾ ਵਿਵਾਦਪੂਰਨ ਤਬਾਦਲਾ। ਹੁਣ ਸਵਾਲ ਇਹ ਹੈ ਕਿ ਇਹ ਤਬਾਦਲਾ ਆਖਿਰ ਹੋਇਆ ਕਿਵੇਂ? ਦੇਖੋ, ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ ਸਿਰਫ 11 ਸਾਲ ਸੀ ਜਦੋਂ ਉਹਨਾਂ ਤੋਂ ਲਾਹੌਰ ਦੀ ਆਖਰੀ ਸੰਧੀ ਤੇ ਦਸਤਖਤ ਕਰਵਾਏ ਗਏ। ਇਸ ਸੰਧੀ ਦੇ ਆਰਟੀਕਲ 3 ਮੁਤਾਬਿਕ ਕੋਹਿਨੂਰ ਨੂੰ ਅਧਿਕਾਰਿਕ ਤੌਰ ਤੇ ਮਹਾਰਾਣੀ ਵਿਕਟੋਰੀਆ ਨੂੰ ਸੌਂਪ ਦਿੱਤਾ ਗਿਆ। ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਤਾਂ ਇਸ ਨੂੰ ਸਿੱਧੇ ਤੌਰ ਤੇ ਜੰਗ ਦੀ ਲੁੱਟ ਹੀ ਮੰਨਿਆ। ਹੁਣ ਇਸ ਛੋਟੀ ਜਿਹੀ ਪਰ ਬੇहद ਕੀਮਤੀ ਚੀਜ਼ ਨੂੰ ਇੰਡੀਆ ਤੋਂ ਇੰਗਲੈਂਡ ਤੱਕ ਲੈ ਕੇ ਜਾਣਾ ਇਹ ਕੋਈ ਖੇਡ ਨਹੀਂ ਸੀ। ਅਪ੍ਰੈਲ 1850 ਵਿੱਚ ਇਸ ਨੂੰ ਇੱਕ ਲਾਲ ਡਿਸਪੈਚ ਬਾਕਸ ਦੇ ਅੰਦਰ ਰੱਖੀ ਇੱਕ ਛੋਟੀ ਲੋਹੇ ਦੀ ਤਿਜੋਰੀ ਵਿੱਚ ਸਖਤ ਸੁਰੱਖਿਆ ਹੇਠ HMS ਮੀਡੀਆ ਜਹਾਜ਼ ਉੱਤੇ ਭੇਜਿਆ ਗਿਆ। ਰਸਤਾ ਬਹੁਤ ਖਤਰਨਾਕ ਸੀ। ਮਾਰੀਸ਼ਸ ਵਿਖੇ ਸਮੁੰਦਰੀ ਅਮਲੇ ਨੂੰ ਹੈਜ਼ੇ ਦੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਇੱਕ 12 ਘੰਟੇ ਲੰਬੇ ਅਤੇ ਭਿਆਨਕ ਤੂਫਾਨ ਨੇ ਜਹਾਜ਼ ਨੂੰ ਘੇਰ ਲਿਆ। ਪਰ ਅਖੀਰ ਈਸਟ ਇੰਡੀਆ ਕੰਪਨੀ ਦੀ 250ਵੀਂ ਵਰ੍ਹੇਗੰਢ ਵਾਲੇ ਦਿਨ ਇਹ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਪੇਸ਼ ਕਰ ਦਿੱਤਾ ਗਿਆ। ਪਰ ਇੱਥੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮੋੜ ਆਉਂਦਾ ਹੈ। 1851 ਵਿੱਚ ਲੰਡਨ ਦੀ ਗ੍ਰੇਟ ਐਗਜ਼ੀਬਿਸ਼ਨ ਦੌਰਾਨ ਜਦੋਂ ਆਮ ਬ੍ਰਿਟਿਸ਼ ਲੋਕਾਂ ਨੂੰ ਇਹ ਹੀਰਾ ਦਿਖਾਇਆ ਗਿਆ ਤਾਂ ਉਹ
ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਏ। ਜੀ ਹਾਂ, ਜਿਸ ਪੱਥਰ ਦੀ ਖਾਤਰ ਏਸ਼ੀਆ ਵਿੱਚ ਸਾਮਰਾਜ ਤਬਾਹ ਹੋ ਗਏ, ਉਹ ਬ੍ਰਿਟਿਸ਼ ਲੋਕਾਂ ਨੂੰ, ਜੋ ਵਧੀਆ ਤਰਾਸ਼ੇ ਹੋਏ ਚਮਕਦਾਰ ਸ਼ੀਸ਼ੇ ਦੇ ਆਦੀ ਸਨ, ਫਿੱਕਾ ਲੱਗਿਆ। ਨਿਰਾਸ਼ ਹੋ ਕੇ ਉਹਨਾਂ ਨੇ ਮਜ਼ਾਕ ਵਿੱਚ ਇਸ ਨੂੰ ਰੌਸ਼ਨੀ ਦੇ ਪਹਾੜ ਦੀ ਬਜਾਏ ਹਨੇਰੇ ਦਾ ਪਹਾੜ ਕਹਿਣਾ ਸ਼ੁਰੂ ਕਰ ਦਿੱਤਾ। ਚੌਥਾ ਭਾਗ, ਰੌਸ਼ਨੀ ਦੇ ਪਹਾੜ ਨੂੰ ਮੁੜ ਤਰਾਸ਼ਣਾ, ਪ੍ਰਿੰਸ ਐਲਬਰਟ ਦਾ ਵੱਡਾ ਸ਼ਾਹੀ ਬਦਲਾਅ। ਲੋਕਾਂ ਦੀ ਨਿਰਾਸ਼ਾ ਦੇਖ ਕੇ ਪ੍ਰਿੰਸ ਐਲਬਰਟ ਨੇ ਇੱਕ ਵੱਡਾ ਫੈਸਲਾ ਲਿਆ। ਇਸ ਪੱਥਰ ਨੂੰ ਬ੍ਰਿਟਿਸ਼ ਸੋਹਜ ਅਤੇ ਪਸੰਦ ਦੇ ਮੁਤਾਬਿਕ ਟਾਲਣ ਲਈ ਬੇਰਹਿਮੀ ਨਾਲ ਬਦਲਿਆ ਗਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਸਲ ਵਿੱਚ ਇਹ 186 ਕੈਰੇਟ ਦਾ ਸੀ, ਉੱਚਾ ਗੁੰਬਦਦਾਰ ਅਤੇ ਥੋੜਾ ਅਸਮਿਤਾਰੀ। ਪਰ ਮੁੜ ਤਰਾਸ਼ਣ ਤੋਂ ਬਾਅਦ ਇਹ ਸਿਰਫ 105.6 ਕੈਰੇਟ ਦਾ ਰਹਿ ਗਿਆ। ਡੱਚ ਕਾਰੀਗਰਾਂ ਵੱਲੋਂ ਦਿੱਤਾ ਗਿਆ ਇਹ ਨਵਾਂ ਅੰਡਾਕਾਰ ਚਮਕਦਾਰ ਕੱਟ ਉਹੀ ਰੂਪ ਹੈ ਜੋ ਅੱਜ ਅਸੀਂ ਦੇਖਦੇ ਹਾਂ। ਅਤੇ ਜੋ ਗੱਲ ਸਭ ਤੋਂ ਵੱਧ ਚੁਕਾਉਣ ਵਾਲੀ ਹੈ, ਉਹ ਹੈ ਇਸ ਦਾ ਖਰਚਾ। ਉਸ ਜ਼ਮਾਨੇ ਵਿੱਚ ਇਸ ਕੰਮ ਉੱਤੇ ਪੂਰੇ 8000 ਪਾਉਂਡ ਦੀ ਭਾਰੀ ਰਕਮ ਖਰਚ ਕੀਤੀ ਗਈ। ਲਗਾਤਾਰ 38 ਦਿਨਾਂ ਦੀ ਮਿਹਨਤ ਨਾਲ ਹੀਰੇ ਦਾ ਲਗਭਗ ਅੱਧਾ ਵਜ਼ਨ ਕੱਟ ਕੇ ਸੁੱਟ ਦਿੱਤਾ ਗਿਆ, ਸਿਰਫ ਇਸ ਦੀ ਚਮਕ ਵਧਾਉਣ ਲਈ। ਸੋਚਣ ਵਾਲੀ ਗੱਲ ਹੈ ਨਾ? ਇਸ ਸਭ ਦੇ ਬਾਵਜੂਦ ਇਸ ਇਤਿਹਾਸ ਦਾ ਇੱਕ ਬਹੁਤ ਹੀ ਭਾਵਨਾਤਮਕ ਪਹਿਲੂ ਵੀ ਹੈ। ਮਹਾਰਾਣੀ ਵਿਕਟੋਰੀਆ ਇਸ ਨਵੇਂ ਤਰਾਸ਼ੇ ਹੀਰੇ ਨੂੰ ਆਪਣੇ ਤਾਜ ਜਾਂ ਬਰੋਚ ਵਿੱਚ ਅਕਸਰ ਪਹਿਨਣ ਦੀ ਜ਼ਰੂਰ ਸੀ, ਪਰ ਆਪਣੀ ਧੀ ਨੂੰ ਲਿਖੀ ਇੱਕ ਚਿੱਠੀ ਵਿੱਚ ਉਸਨੇ ਸਵੀਕਾਰ ਕੀਤਾ ਕਿ ਜਿਸ ਤਰੀਕੇ ਨਾਲ ਬ੍ਰਿਟੇਨ ਨੇ ਇਹ ਹੀਰਾ ਅਤੇ ਉਹ ਦੇਸ਼ ਹਾਸਿਲ ਕੀਤੇ ਸਨ, ਉਸ ਨੂੰ ਲੈ ਕੇ ਉਹ ਨੈਤਿਕ ਤੌਰ ਤੇ ਬਹੁਤ ਬੇਚੈਨ ਮਹਿਸੂਸ ਕਰਦੀ ਸੀ। ਯਾਨੀ ਕਿ ਇਹ ਬੇਜਾਨ ਪੱਥਰ ਵੀ ਮਨੁੱਖੀ ਭਾਵਨਾਵਾਂ ਅਤੇ ਅਪਰਾਧ ਬੋਧ ਨਾਲ ਡੂੰਘਾ ਜੁੜਿਆ ਹੋਇਆ ਸੀ। ਪੰਜਵਾਂ ਭਾਗ, ਆਧੁਨਿਕ ਮਾਲਕੀ ਦਾ ਵਿਵਾਦ, ਇੱਕ ਗੁੰਝਲਦਾਰ ਰਾਜਨੀਤਿਕ ਖਿੱਚੋਤਾਣ। ਹੁਣ ਜੇ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਗੁੰਝਲਦਾਰ ਕੂਟਨੀਤਿਕ ਬਹਿਸ ਬਣ ਚੁੱਕੀ ਹੈ। ਭਾਰਤ ਦਾ ਦਾਅਵਾ ਹੈ ਕਿ 1947 ਦੀ ਆਜ਼ਾਦੀ ਤੋਂ ਬਾਅਦ ਇਹ ਹੀਰਾ ਵਾਪਸ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਗੈਰ ਕਾਨੂੰਨੀ ਢੰਗ ਨਾਲ ਲਿਆ ਗਿਆ ਸੀ। ਦੂਜੇ ਪਾਸੇ ਪਾਕਿਸਤਾਨ ਨੇ 1976 ਵਿੱਚ ਇਸ ਨੂੰ ਬਸਤੀਵਾਦ ਦੇ ਅੰਤ ਦੇ ਪ੍ਰਤੀਕ ਵਜੋਂ ਮੰਗਿਆ। ਅਫਗਾਨਿਸਤਾਨ ਦਾ ਤਰਕ ਹੈ ਕਿ ਰਣਜੀਤ ਸਿੰਘ ਨੇ ਇਸ ਨੂੰ ਤਸ਼ੱਦਦ ਰਾਹੀਂ ਹਾਸਲ ਕੀਤਾ ਸੀ, ਇਸ ਲਈ ਉਹ ਉਹਨਾਂ ਦਾ ਹੈ, ਅਤੇ ਈਰਾਨ ਇਸ ਨੂੰ ਨਾਦਰ ਸ਼ਾਹ ਦੀ ਜਿੱਤ ਅਤੇ ਫਾਰਸੀ ਖਜ਼ਾਨੇ ਦਾ ਇਤਿਹਾਸਿਕ ਹਿੱਸਾ ਮੰਨਦਾ ਹੈ। ਦੇਖਿਆ ਜਾਵੇ ਤਾਂ ਹਰ ਦੇਸ਼ ਦਾ ਆਪਣਾ ਇੱਕ ਵੱਖਰਾ ਇਤਿਹਾਸਿਕ ਤਰਕ ਹੈ। ਦੂਜੇ ਪਾਸੇ ਯੂਨਾਈਟਿਡ ਕਿੰਗਡਮ ਦਾ ਅਧਿਕਾਰਿਕ ਰੁਖ ਵੀ ਬਿਲਕੁਲ ਸਪਸ਼ਟ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਹੀਰਾ 1849 ਦੀ ਲਾਹੌਰ ਦੀ ਸੰਧੀ ਤਹਿਤ ਕਾਨੂੰਨੀ ਤੌਰ ਤੇ ਪ੍ਰਾਪਤ ਕੀਤਾ ਗਿਆ ਸੀ। ਉਹਨਾਂ ਨੇ ਇਸ ਨੂੰ ਵੱਖ-ਵੱਖ ਟੁਕੜਿਆਂ ਵਿੱਚ ਵੰਡਣ ਜਾਂ ਵਾਗਾ ਸਰਹੱਦ ਤੇ ਰੱਖਣ ਵਰਗੇ ਸਾਰੇ ਪ੍ਰਸਤਾਵਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਹ ਹੀਰੇ ਦੀ ਮਾਲਕੀ ਨੂੰ ਸਖਤੀ ਨਾਲ ਗੈਰ ਸੌਦੇਬਾਜ਼ੀ ਯਾਨੀ ਨਾਨ ਨੈਗੋਸ਼ੀਏਬਲ ਮੰਨਦੇ ਨੇ। ਉਹਨਾਂ ਦਾ ਇਹ ਵੀ ਤਰਕ ਹੈ ਕਿ ਜੇਕਰ ਇਹ ਚੀਜ਼ ਵਾਪਸ ਕੀਤੀ ਗਈ ਤਾਂ ਐਜੀ ਮਿਸਾਲ ਕਾਇਮ ਹੋਵੇਗੀ ਜਿਸ ਨਾਲ ਸ਼ਾਇਦ ਪੂਰਾ ਬ੍ਰਿਟਿਸ਼ ਮਿਊਜ਼ੀਅਮ ਹੀ ਖਾਲੀ ਹੋ ਜਾਵੇ। ਅੱਜ-ਕੱਲ੍ਹ ਕੋਹਿਨੂਰ ਟਾਵਰ ਆਫ ਲੰਡਨ ਵਿੱਚ ਮੌਜੂਦ ਹੈ, ਪਰ ਇਸ ਦੇ ਨਾਲ ਇੱਕ ਬਹੁਤ ਹੀ ਦਿਲਚਸਪ ਅਤੇ ਖੌਫਨਾਕ ਲੋਕ ਕਥਾ ਜੁੜੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਸ ਹੀਰੇ ਨਾਲ ਇੱਕ ਸਰਾਪ ਜੁੜਿਆ ਹੋਇਆ ਹੈ, ਜਿਸ ਕਾਰਨ ਇਹ ਆਦਮੀਆਂ ਲਈ ਬਦਕਿਸਮਤੀ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਬ੍ਰਿਟੇਨ ਵਿੱਚ ਆਉਣ ਤੋਂ ਬਾਅਦ ਇਸ ਨੂੰ ਸਿਰਫ ਸ਼ਾਹੀ ਪਰਿਵਾਰ ਦੀਆਂ ਔਰਤਾਂ ਨੇ ਹੀ ਪਹਿਨਿਆ ਹੈ। ਇਸ ਸਾਰੇ ਰੋਮਾਂਚਕ ਅਤੇ ਖੂਨੀ ਇਤਿਹਾਸ ਨੂੰ ਸਮਝਣ ਤੋਂ ਬਾਅਦ ਆਪਾਂ ਇੱਕ ਬਹੁਤ ਹੀ ਡੂੰਘੇ ਸਵਾਲ ਤੇ ਆ ਕੇ ਖੜੇ ਹੁੰਨੇ ਆ। ਜਦੋਂ ਕੋਈ ਵਸਤੂ ਸਦੀਆਂ ਦੌਰਾਨ ਜੀਤੀ ਗਈ ਹੋਵੇ, ਹਾਰੀ ਗਈ ਹੋਵੇ, ਤੋਹਫੇ ਵਜੋਂ ਦਿੱਤੀ ਗਈ ਹੋਵੇ ਜਾਂ ਜ਼ਬਰਦਸਤੀ ਸੌਂਪੀ ਗਈ ਹੋਵੇ, ਤਾਂ ਇਤਿਹਾਸ ਦਾ ਅਸਲ ਮਾਲਿਕ ਆਖਿਰ ਕੌਣ ਹੈ? ਇਹ ਸਵਾਲ ਸਿਰਫ ਇੱਕ ਹੀਰੇ ਦਾ ਨਹੀਂ, ਬਲਕਿ ਪੂਰੇ ਮਨੁੱਖੀ ਇਤਿਹਾਸ, ਲਾਲਚ ਅਤੇ ਵਿਰਾਸਤ ਦੀਆਂ ਗੁੰਝਲਾਂ ਦਾ ਹੈ। ਸੋਚਣ ਲਈ ਮਜਬੂਰ ਕਰ ਦਿੰਦਾ ਹੈ ਨਾ? ਅੱਜ ਦੀ ਇਸ ਚਰਚਾ ਵਿੱਚ ਬਸ ਇੰਨਾ ਹੀ।